ਆਉਂਦੇ ਨੇ ਕਿ ਅਸਲ ਵਿੱਚ ਤੁਸੀਂ ਸੰਸਾਰ ਵਿੱਚ ਵਿਚਰਦੇ ਹੋਏ ਗੁੰਮਰਾਹ ਹੋ ਚੁੱਕੇ ਹੋ। ਇਹ ਜਿਹੜਾ ਤਨ ਹੈ ਤੁਹਾਡਾ ਨਹੀਂ ਹੈ। ਤੁਸੀਂ ਸੰਸਾਰ ਵਿੱਚ ਜਿਨ੍ਹਾਂ ਚੀਜ਼ਾਂ ਦੇ ਮਗਰ ਭੱਜਦੇ ਹੋ ਤੁਹਾਡੀਆਂ ਨਹੀਂ ਹਨ। ਤੇ ਤੁਸੀਂ ਕੀ ਪ੍ਰਾਪਤ ਕਰਨਾ ਹੈ ਸਮਝਾਉਂਦੇ ਨੇ। ਜਿਸ ਤਰ੍ਹਾਂ ਤੁਸੀਂ ਇੱਕ ਛੋਟੇ ਬੱਚੇ ਨੂੰ ਸਮਝਾਓ ਵੀ ਆਹ ਨੁਕਸਾਨਦੇਹ ਹੈ ਤੇਰੇ ਵਾਸਤੇ, ਉਹ ਬੱਚੇ ਨੂੰ ਨਹੀਂ ਪਤਾ, ਉਹ ਗਰਮ ਚੀਜ਼ ਨੂੰ ਫੜੇਗਾ, ਸੱਪ ਨੂੰ ਵੀ ਫੜਨ ਦੀ ਕੋਸ਼ਿਸ਼ ਕਰੇਗਾ। ਇਸੇ ਤਰ੍ਹਾਂ ਮਹਾਰਾਜ ਸਮਝਾਉਂਦੇ ਕਹਿੰਦੇ ਚੰਚਲ ਮਤ ਹੈ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੇ। ਉਹਨਾਂ ਫਿਰ ਧਿਆਨ ਸਾਡਾ ਬਦਲਣਾ ਹੈ। ਉਹ ਸਮਝਾਉਂਦੇ ਆਪਣ ਤਨ ਨਹੀਂ ਕਾਕੋ ਗਰਭਾ, ਰਾਜ ਮਿਲਖ ਨਹੀਂ ਆਪਣ ਦਰਬਾ, ਆਪਨ ਨਹੀਂ ਕਾਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ। ਵੀ ਤੁਸੀਂ ਨਾਮ ਨੂੰ ਭੁੱਲ ਆਏ ਹੋ, ਤੁਸੀਂ ਨਾਮ ਨੂੰ ਪ੍ਰਾਪਤ ਕਰੋ, ਨਾਮ ਤੱਕ ਪਹੁੰਚੋ। ਤੇ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ, ਖੋਜ ਕਰਦੇ ਹਾਂ, ਤੇ ਹੌਲੀ ਹੌਲੀ ਜਿਹੜਾ ਮਨ ਹੈ ਇਹ ਨਾਮ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ, ਨਾਮ ਦੇ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਨਾਮ ਨਾਲ ਪਿਆਰ ਪੈਣਾ ਸ਼ੁਰੂ ਹੋ ਗਿਆ, ਐਸੀ ਅਵਸਥਾ ਵਿੱਚ ਜਿਨ੍ਹਾਂ ਨੂੰ ਮੰਗਦਾ ਹੈ ਉਹਨਾਂ ਨੂੰ ਫਿਰ ਉਹ ਦੁੱਖ ਕਹਿਣਾ ਸ਼ੁਰੂ ਕਰ ਦਿੰਦਾ ਹੈ। ਉਹ ਕਹਿੰਦਾ ਮੈਨੂੰ ਤਾਂ ਹੁਣ ਨਾਮ ਚਾਹੀਦਾ ਹੈ। ਬਿਨ ਤੋਂ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ। ਹੁਣ ਧਿਆਨ ਬਦਲ ਗਿਆ, ਦ੍ਰਿਸ਼ਟ ਬਦਲ ਗਈ ਹੈ। ਪਹਿਲਾਂ ਸੁੱਖ ਮੰਗਦਾ ਸੀ, ਨਾਮ ਨੂੰ ਛੱਡ ਦਿੱਤਾ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਤੇ ਗੁਰੂ ਦੀ ਸ਼ਰਨ ਵਿੱਚ ਹੈ, ਗੁਰੂ ਨੇ ਧਿਆਨ ਹੀ ਬਦਲ ਦਿੱਤਾ। ਉਹਨੂੰ ਹੁਣ ਭੇਦ ਖੁੱਲ੍ਹ ਗਿਆ ਵੀ ਨਾਮ ਹੀ ਅਸਲ ਵਿੱਚ ਮੇਰੀ ਜ਼ਰੂਰਤ ਹੈ। ਤੇ ਬੇਨਤੀ ਕਰਦਾ ਹੈ ਮੈਨੂੰ ਨਾਮ ਬਖਸ਼ਿਸ਼ ਕਰੋ। ਬਿਨ ਤੋਂ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਤੇ ਜਦੋਂ ਨਾਮ ਦੇ ਨਾਲ ਮਨ ਜੁੜਦਾ ਹੈ, ਨਾਮ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ, ਫਿਰ ਘਰ ਨੂੰ ਜਾਣ ਦਾ ਰਸਤਾ ਖੁੱਲ੍ਹ ਜਾਂਦਾ। ਨਾਮ ਦੇ ਨਾਲ ਜੁੜ ਕੇ ਫਿਰ ਮਨ ਜਦੋਂ ਆਪਣੇ ਘਰ ਵਿੱਚ ਬੈਠਦਾ ਹੈ, ਸਨਮੁਖ ਹੁੰਦਾ ਹੈ, ਮਾਤਾ ਪਿਤਾ ਦੇ ਉਹਨੂੰ ਖੁਰਾਕ ਮਿਲਦੀ ਹੈ, ਅੰਮ੍ਰਿਤ ਰਸ ਆਉਂਦਾ ਤੇ ਸੁੱਖ ਮਿਲਦਾ ਹੈ। ਘਰ ਦੇ ਵਿੱਚ ਸੁੱਖ ਹੀ ਸੁੱਖ ਹੈ। ਤੇ ਜਦੋਂ ਘਰ ਵਿੱਚ ਸੁੱਖ ਮਿਲਿਆ, ਆਨੰਦ ਪ੍ਰਾਪਤ ਹੋਇਆ, ਤੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਵੀ ਹੁਣ ਤਾਂ ਇੱਥੇ ਸੁੱਖ ਹੈ, ਘਰ ਵਿੱਚ ਕਿੰਨਾ ਆਨੰਦ ਹੈ। ਪਾਤਸ਼ਾਹ ਕਹਿੰਦੇ ਨੇ ਸਦਾ ਆਨੰਦ ਵਧਾਏ ਤੁਧ ਕਰ, ਮਾਣ ਮਹਾਤਾ ਤੇਜ ਆਪਣਾ ਆਪ ਜਦ। ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਸਦਾ ਅੰਮ੍ਰਿਤ ਝਰ ਰਿਹਾ ਹੈ। ਤੇ ਜਦੋਂ ਮਨ ਨੂੰ ਅੰਮ੍ਰਿਤ ਰਸ ਪ੍ਰਾਪਤ ਹੁੰਦਾ, ਤੇ ਪਾਤਸ਼ਾਹ ਕਹਿੰਦੇ ਨੇ ਉੱਥੇ ਅੰਮ੍ਰਿਤ ਵੰਡੀਏ, ਸੁਖੀਆ ਹਰ ਕਰਨੇ। ਜਦੋਂ ਘਰ ਗਿਆ ਤੇ ਮੁੱਖ ਵਿੱਚ ਰਸ ਆਇਆ, ਅੰਮ੍ਰਿਤ ਰਸ ਮਿਲਿਆ ਤੇ ਸੁਖੀ ਹੋ ਗਿਆ, ਆਨੰਦ। ਦੁੱਖ ਦੇ ਘਰ ਨੂੰ ਛੱਡ ਗਿਆ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਸੁੱਖ ਦੇ ਘਰ ਚਲਾ ਗਿਆ ਹੈ। ਤੇ ਘਰ ਵਿੱਚ ਜਦੋਂ ਸੁੱਖ, ਤੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਵੀ ਘਰ ਵਿੱਚ ਤਾਂ ਬੜਾ ਸੁੱਖ ਹੈ, ਆਨੰਦ ਹੈ। ਤੇ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ ਤੇ ਉੱਥੇ ਤਾਂ ਦੁੱਖ ਹੀ ਬੜਾ ਹੈ, ਬੜੇ ਦੁਖੀ ਹੋ ਗਏ ਉੱਥੇ ਜਾ ਕੇ। ਤੇ ਹੁਣ ਕਿਰਪਾ ਕਰੋ
ਵੀ ਘਰ ਵਰਗਾ ਹੀ ਸੁੱਖ ਮਿਲੇ ਹਰ ਥਾਂ ਤੇ ਜਦੋਂ ਮਨ ਬੱਚਾ ਮਾਤਾ ਪਿਤਾ ਦੇ ਸਨਮੁਖ ਨਿਰੰਕਾਰ ਦੇ ਸਨਮੁਖ ਬੇਨਤੀ ਕਰਦਾ ਹੈ ਤੇ ਮਾਤਾ ਪਿਤਾ ਖੁਸ਼ ਨੇ। ਤੇ ਆਂਦੇ ਨੇ ਜੇ ਇਸ ਘਰ ਵਰਗਾ ਸੁੱਖ ਤੁਸੀਂ ਕਾਲ ਦੇ ਦਾਇਰੇ ਵਿੱਚ ਚਾਹੁੰਦੇ ਹੋ ਤਾਂ ਇਹ ਗੱਲ ਦਾ ਧਿਆਨ ਰੱਖੋ। ਇਹ ਹੁਣ ਸੁਖੀ ਜੀਵਨ ਆਪਾਂ ਕਰਨਾ ਹੈ ਆਪਣਾ। ਤੇ ਉਹ ਕਹਿੰਦੇ ਨੇ ਘਰ ਸੁੱਖ ਵਸਿਆ। ਜਿਹੋ ਜਿਹਾ ਘਰ ਵਿੱਚ ਸੁੱਖ ਹੈ ਤੇ ਜਦੋਂ ਤੁਸੀਂ ਇੱਥੋਂ ਘਰੋਂ ਬਾਹਰ ਜਾਓਗੇ ਤੁਹਾਨੂੰ ਸੁੱਖ ਤਾਂ ਮਿਲੇਗਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਦੋਂ ਤੁਸੀਂ ਇੱਥੋਂ ਚੱਲਣਾ ਹੈ ਘਰੋਂ ਬਾਹਰ ਜਾਣਾ ਤੇ ਕਾਲ ਦੇ ਦਾਇਰੇ ਵਿੱਚ ਪ੍ਰਵੇਸ਼ ਹੋਣਾ ਹੈ, ਤੁਸੀਂ ਪੌਣ ਨੂੰ ਸਮ ਰੱਖਣਾ ਹੈ। ਜੇ ਇਹ ਪੌਣ ਸਮ ਨੂੰ ਰੱਖਣਾ ਚਾਹੁੰਦੇ ਹੋ ਤਾਂ ਗੁਰਮੰਤਰ ਦਾ ਸਿਮਰਨ ਕਰਨਾ ਹੈ। ਘਰੋਂ ਬਾਹਰ ਨਿਕਲਦਿਆਂ ਹੀ ਤੁਸੀਂ ਅਭਿਆਸ ਸ਼ੁਰੂ ਕਰਦੇ ਹੋ। ਅਭਿਆਸ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਤੁਸੀਂ ਆਪਣੀ ਖੁਰਾਕ ਲੈਣ ਵਾਸਤੇ ਜਦੋਂ ਜਾਣਾ ਹੈ ਇਹ ਤੇਰਾ ਤਨ ਤੁਹਾਨੂੰ ਮਿਲੇਗਾ। ਰਜੋ ਗੁਣ ਤੇ ਜਦੋਂ ਤੁਸੀਂ ਗਏ ਤੇ ਤੁਸੀਂ ਅਭਿਆਸ ਕਰਦਿਆਂ ਸਿਮਰਨ ਕਰਨੇ ਜਾਣਾ ਹੈ। ਤੇ ਰਜੋ ਗੁਣ ਤੇ ਜਾ ਕੇ ਜਦੋਂ ਤੁਸੀਂ ਕਰਮ ਕਰਨਾ ਨਾਲ ਨਾਲ ਸਿਮਰਨ ਕਰਨਾ ਹੈ। ਤੇ ਜਦੋਂ ਤੁਸੀਂ ਕਰਮ ਦੇ ਨਾਲ ਨਾਲ ਸਿਮਰਨ ਕਰੋਗੇ ਪੌਣ ਸਮ ਰਹੇਗੀ। ਇਹ ਗਿਆਨ ਇੰਦਰੀਆਂ ਤੁਹਾਡੇ ਕੰਟਰੋਲ ਵਿੱਚ ਰਹਿਣਗੀਆਂ, ਤੁਹਾਨੂੰ ਸੁੱਖ ਮਿਲੇਗਾ। ਕਾਲ ਦਾ ਤੁਹਾਡੇ 'ਤੇ ਅਸਰ ਨਹੀਂ ਹੋਏਗਾ। ਕਾਲ ਉਦੋਂ ਹੀ ਅਸਰ ਕਰਦਾ ਹੈ ਜਦੋਂ ਤੁਸੀਂ ਸ਼ਬਦ ਨਾਲੋਂ ਟੁੱਟ ਜਾਂਦੇ ਹੋ। ਤੇ ਗੁਰਮੁਖਾਂ ਨੂੰ ਸਮਝਾਇਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਉਹ ਫਿਰ ਗੁਰਮੁਖ ਜਦੋਂ ਆਉਂਦੇ ਨੇ ਇਸ ਇਲਾਕੇ ਵਿੱਚ ਤੇ ਪਾਉਣ ਦੇ ਨਾਲ ਜਦੋਂ ਸੰਪਰਕ ਹੁੰਦਾ ਹੈ ਉਹ ਸ਼ੁਰੂ ਕਰ ਦਿੰਦੇ ਨੇ ਵਾਹਿਗੁਰੂ। ਇੱਧਰ ਕਰਮ ਸ਼ੁਰੂ ਕਰ ਦਿੱਤਾ, ਨਾਲ ਨਾਲ ਉਹਨਾਂ ਨੇ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਕਾਲ ਆਪਣੇ ਦੂਤਾਂ ਨੂੰ ਨਾਲ ਲੈ ਕੇ ਖੜਾ ਹੈ ਤੇ ਦੇਖ ਰਿਹਾ ਹੈ ਵੀ ਜੇ ਹੁਣ ਇਹਦੇ ਲਾਗੇ ਗਏ ਤੇ ਮਾਲਕ ਸਾਨੂੰ ਝਿੜਕ ਮਾਰੇਗਾ। ਕਿਉਂਕਿ ਪਰਮਾਤਮਾ ਦਾ ਹੁਕਮ ਹੈ ਤੁਸੀਂ ਜਾਲ ਉਹਦੇ ਉੱਪਰ ਪਾਉਣਾ ਹੈ ਜਿਹਦੇ ਕੋਲ ਪਰਵਾਨਾ ਨਹੀਂ ਹੈ। ਤੇ ਜਿਹਦੇ ਕੋਲ ਪਰਵਾਨਾ ਹੋਏਗਾ ਤੇ ਤੁਸੀਂ ਉਹਦੇ ਲਾਗੇ ਨਹੀਂ ਜਾਣਾ। ਹੁਣ ਇਹ ਨਾਮ ਦੇ ਨਾਲ ਜੁੜਿਆ ਹੋਇਆ ਤੇ ਨਾਲ ਮੁਖ ਵਿੱਚੋਂ ਉਚਾਰਨ ਕਰ ਰਿਹਾ ਹੈ। ਤੇ ਕਾਲ ਨੇ ਆਪਣੇ ਦੂਤਾਂ ਨੂੰ ਆਵਾਜ਼ ਦੇ ਦਿੱਤੀ, ਕਹਿਣ ਲੱਗਾ ਜੈ ਸਾਧੂ ਗੋਬਿੰਦ ਭਜਨ ਨਾਨਕ ਕੀਰਤਨ ਨੀਤ ਅਣਾ ਹੋਂ ਅਣਾ ਤੋਂ ਅਣੈ ਛੁਟੇ ਨਿਕਟ ਨ ਜਾਈ ਹੋ ਦੂਤ। ਦੂਤਾਂ ਨੂੰ ਕਹਿੰਦੇ ਵੀ ਆਪਾਂ ਨੇੜੇ ਨਹੀਂ ਜਾਣਾ, ਆਪਾਂ ਧਿਆਨ ਰੱਖਣਾ ਹੈ। ਜਦੋਂ ਇਹ ਸ਼ਬਦ ਨਾਲ ਟੁੱਟਿਆ ਤੇ ਆਪਣੇ ਕੰਮ ਉਦੋਂ ਸ਼ੁਰੂ ਹੋਣਾ, ਉਹਨਾਂ ਚਿਰ ਆਪਾਂ ਹੁਕਮ ਦੇ ਵਿੱਚ ਰਹਿਣਾ ਹੈ। ਹੁਣ ਉਹ ਫਿਰ ਮਹਾਰਾਜ ਨੇ ਸਮਝਾਇਆ ਹੋਇਆ ਦੱਸਿਆ ਹੋਇਆ ਹੈ। ਜਦੋਂ ਗੁਰਮੁਖ ਇੱਧਰ ਆਉਂਦੇ ਨੇ ਅਭਿਆਸ ਕਰਦੇ ਸ਼ਬਦ ਨਾਲ ਜੁੜੇ ਹੋਏ ਤੇ ਗਿਆਨ ਇੰਦਰੀਆਂ ਉਹਨਾਂ ਦੀਆਂ ਜਾਗਤ ਅਵਸਥਾ ਦੇ ਵਿੱਚ ਹੁੰਦੀਆਂ ਨੇ, ਪਾਉਣ ਵਿੱਚ ਆ ਗਏ ਨੇ, ਇੱਥੇ ਕਰਮ ਕਰ ਰਹੇ ਨੇ ਤੇ ਸੁੱਖ ਹੈ, ਤ੍ਰਿਸ਼ਨਾ ਨਹੀਂ ਪੈਦਾ ਹੋ ਰਹੀ। ਇਥੋਂ ਕਾਲ ਉਹਨਾਂ ਦੇ ਅੰਦਰੋਂ ਪਾਸੇ ਹੈ, ਉਹਨਾਂ ਦੇ ਉੱਪਰ ਜਾਲ ਨਹੀਂ ਪਾ ਰਿਹਾ। ਤੇ ਕਾਲ ਕੀ ਕਰਦਾ ਹੈ, ਫਿਰ ਉਹ ਕਿਸੇ ਨੂੰ ਖਰੀਦਦਾ ਹੈ, ਉਹਨਾਂ ਦੇ ਕਿਸੇ ਸੰਗੀ ਨੂੰ ਸਾਥੀ ਨੂੰ ਖਰੀਦ ਕੇ ਆਪਣੇ ਵਸ ਵਿੱਚ ਕਰਕੇ ਉਹਦੇ ਰਾਹੀਂ ਦੂਸਰੇ ਦੇ ਰਾਹੀਂ ਉਹਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਵੀ ਇਹ ਨਾਮ ਨਾਲੋਂ ਟੁੱਟ ਜਾਏ। ਤੇ ਦੂਸਰੇ ਨੂੰ ਖਰੀਦ ਕੇ ਉਹਦੇ ਮੁਖ ਵਿੱਚ ਬੈਠ ਕੇ
ਉਹਦੇ ਕੋਲ ਆਉਂਦਾ ਹੈ ਜਿੱਥੇ ਗੁਰਮੁਖ ਬੈਠਾ ਹੋਇਆ ਤੇ ਉਹਦੇ ਨਾਲ ਗੱਲਬਾਤ ਕਰਦਾ ਹੈ ਵੀ ਜੇ ਤੂੰ ਮੇਰੀ ਗੱਲ ਮੰਨੇ ਕਿ ਆਪਾਂ ਆਹ ਕੰਮ ਕਰੀਏ, ਇਸ ਤਰ੍ਹਾਂ ਕਰੀਏ ਤੇ ਬੜਾ ਧਨ ਦੌਲਤ ਆਪਣੇ ਕੋਲ ਹੋ ਜਾਏਗਾ, ਬੜਾ ਸੁੱਖ ਮਿਲੇਗਾ। ਤੇ ਗੁਰਮੁਖ ਜੁੜਿਆ ਹੋਇਆ ਉਹ ਉਹਦੀ ਭਾਸ਼ਾ ਨੂੰ ਸਮਝ ਲੈਂਦਾ ਹੈ ਵੀ ਇਹ ਕੌਣ ਬੋਲ ਰਿਹਾ ਹੈ। ਤੇ ਉਹ ਅੱਗੋਂ ਆਵਾਜ਼ ਦਿੰਦਾ ਹੈ, ਉਹ ਆਂਦੇ ਜੋ ਸੁਖ ਭਗਤ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਉਹਨੇ ਮੈਨੂੰ ਤਾਂ ਇੱਥੇ ਭਾਵੇਂ ਤੂੰ ਜਿੰਨਾ ਰਾਜ ਵੀ ਦੇ ਦੇ ਤੇ ਮੈਨੂੰ ਸ਼ਾਇਦ ਉਹਨਾਂ ਸੁੱਖ ਨਾ ਮਿਲੇ ਜਿੰਨਾ ਸੁੱਖ ਹੁਣ ਹੈ ਮੈਨੂੰ। ਹੁਣ ਮੈਂ ਆਨੰਦ ਵਿੱਚ ਹਾਂ, ਮੈਂ ਸੁਖੀ ਹਾਂ ਕਿਉਂਕਿ ਮੈਨੂੰ ਉਹ ਨਾਮ ਪ੍ਰਾਪਤ ਹੋ ਗਿਆ ਹੈ ਤੇ ਨਾਮ ਦੇ ਵਿੱਚ ਹੀ ਸਮਾਉਣ ਤੇ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ। ਫਿਰ ਉੱਥੇ ਜਿਹੜਾ ਗੁਰਮੁਖ ਹੈ ਉਹ ਭਾਸ਼ਾ ਨੂੰ ਸਮਝਦਾ ਹੈ। ਇਹੀ ਬ੍ਰਹਮ ਵਿਦਿਆ ਦੀ ਪੜ੍ਹਾਈ ਹੈ। ਜਦੋਂ ਤੁਹਾਨੂੰ ਕੋਈ ਸਲਾਹ ਦੇ ਰਿਹਾ ਹੈ ਤੇ ਤੁਸੀਂ ਦੇਖਣਾ ਵੀ ਉਹ ਕਿੱਥੋਂ ਬੋਲ ਰਿਹਾ ਹੈ ਤੇ ਕੌਣ ਬੋਲ ਰਿਹਾ ਹੈ। ਸਰੀਰ ਨਹੀਂ ਬੋਲਦਾ। ਜੇ ਤੁਸੀਂ ਸਮਝੋਗੇ ਵੀ ਇਹ ਤਾਂ ਸਾਡਾ ਮਾਤਾ ਪਿਤਾ ਹੈ ਤੇ ਮਾਤਾ ਪਿਤਾ ਸਾਨੂੰ ਅੱਛੀ ਸਲਾਹ ਦੇ ਰਹੇ ਨੇ, ਹਾਂਜੀ, ਤੇ ਤੁਸੀਂ ਇਹ ਨਹੀਂ ਸਮਝਿਆ ਵੀ ਉਹਨਾਂ ਦੇ ਅੰਦਰ ਕੌਣ ਬੋਲ ਰਿਹਾ ਹੈ। ਜਿਸ ਤਰ੍ਹਾਂ ਹੋਰ ਹਰਨਾਕਸ਼ ਤੇ ਉਹਨਾਂ ਦਾ ਪੁੱਤਰ ਪ੍ਰਹਲਾਦ, ਉਹਨਾਂ ਸਕੂਲ ਵਿੱਚ ਉਹਨੂੰ ਪੜ੍ਹਨ ਵਾਸਤੇ ਭੇਜਿਆ ਟਕਸਾਲ ਦੇ ਵਿੱਚ, 4 ਸਾਲ ਵਿੱਚ। ਆਪਾਂ ਵੀ ਬੱਚਿਆਂ ਨੂੰ ਭੇਜਦੇ ਹਾਂ ਤੇ ਉੱਥੇ ਉਹਨਾਂ ਨੂੰ ਟੀਚਰ ਪੜ੍ਹਾ ਰਿਹਾ ਹੈ, ਉਹ ਰਾਮ ਰਾਮ ਜਪਦੇ ਨੇ ਤੇ ਉਹਨਾਂ ਦਾ ਮਾਂ ਪਿਓ ਕਹਿੰਦਾ ਹੈ ਵੀ ਇਹਨਾਂ ਨੂੰ ਪੜ੍ਹਾਓ, ਅੱਛੀ ਪੜ੍ਹਾਈ ਕਰਾਓ ਇਹਨਾਂ ਨੂੰ, ਪਰ ਉਹ ਰਾਮ ਰਾਮ ਜਪਦੇ ਨੇ। ਹੁਣ ਮਾਂ ਪਿਓ ਰੋਕਦਾ ਹੈ, ਟੀਚਰ ਵੀ ਰੋਕਦਾ ਹੈ, ਉਹ ਨਹੀਂ ਰੋਕਦੇ। ਆਉਂਦੇ ਵੀ ਮੈਂ ਇਹ ਨਹੀਂ ਛੱਡ ਸਕਦਾ। ਔਰ ਪੜ੍ਹ ਸਿਓ ਨਾਹੀਂ ਕਾਮ, ਵੀ ਮੈਂ ਇਹ ਰਾਮ ਦਾ ਨਾਮ ਪੜ੍ਹਨਾ ਹੈ। ਪਿਆਰ ਪੈ ਗਿਆ ਹੈ। ਅੱਜ ਦੀ ਅਵਸਥਾ ਵਿੱਚ ਤੁਸੀਂ ਦੇਖੋਗੇ ਜੇ ਬੱਚਾ ਰਾਮ ਰਾਮ ਨਾਮ ਜਪ ਰਿਹਾ ਰੱਬ ਦਾ, ਤਾਂ ਉਹ ਕਹਿਣ ਗੱਲ ਹੈ ਇਹ ਤਾਂ ਭਗਤ ਬਣ ਗਿਆ, ਇਹ ਤਾਂ ਸਾਧੂ ਬਣ ਗਿਆ, ਇਹ ਤਾਂ ਭੁੱਖਾ ਮਰ ਜਾਏਗਾ, ਇਹ ਕੀ ਖਾਏਗਾ, ਇਹ ਤਾਂ ਨਾਮ ਜਪਦਾ ਹੈ। ਤੇ ਜੇ ਬੱਚਾ ਆਖੇ ਨਾ ਲੱਗੇ ਤੇ ਕਹਿਣਾ ਮਾਂ ਪਿਓ ਦੇ ਆਖੇ ਨਾ ਲੱਗਦਾ। ਹੁਣ ਕਈ ਐਸੇ ਮਾਤਾ ਪਿਤਾ ਵੀ ਹੁੰਦੇ ਨੇ, ਉਹ ਕਹਿਣਗੇ ਵੀ ਤੈਨੂੰ ਨਾਮ ਜਪਣ ਦੀ ਲੋੜ ਨਹੀਂ ਤੇ ਤੂੰ ਆਹ ਹੀ ਕੰਮ ਕਰਿਆ ਕਰ ਬਸ। ਹੌਲੀ ਹੌਲੀ ਉਸ ਪਾਸੇ ਬੱਚੇ ਨੂੰ ਪਾ ਦਿੱਤਾ, ਉਹ ਕਰਮ ਨਾਲ ਵੱਧ ਜਾਂਦਾ ਹੈ। ਇੱਥੇ ਹੁਣ ਸਮਝਣ ਦਾ ਵਿਸ਼ਾ, ਤੇ ਪ੍ਰਹਲਾਦ ਨੇ ਸਮਝਿਆ ਵੀ ਇਹ ਮੇਰਾ ਪਿਤਾ ਨਹੀਂ, ਇਹਦੇ ਵਿੱਚ ਕਾਲ ਬੋਲ ਰਿਹਾ ਹੈ। ਉਹਨਾਂ ਨਹੀਂ ਗੱਲ ਮੰਨੀ। ਉਹਨਾਂ ਆਪਣੇ ਗੁਰੂ ਦੀ ਗੱਲ ਨੂੰ ਤਰਜੀਹ ਦਿੱਤੀ ਤੇ ਆਪਣੇ ਟੀਚਰ ਨੂੰ ਵੀ ਦੱਸਿਆ ਵੀ ਮੈਂ ਇਹ ਨਹੀਂ ਛੱਡ ਸਕਦਾ। ਰਾਮ ਨਾ ਛੱਡੋ ਗੁਨਾਹਗਾਰ, ਵੀ ਮੈਂ ਗੁਨਾਹਗਾਰ ਹੋ ਗਿਆ, ਮੇਰੇ ਗੁਰੂ ਨੂੰ ਗਾਲ ਲੱਗੇਗੀ, ਇਸ ਕਰਕੇ ਮੈਂ ਨਹੀਂ ਛੱਡ ਸਕਦਾ। ਉਹਨਾਂ ਨੇ ਉਹ ਜਪਣਾ ਜਾਰੀ ਰੱਖਿਆ। ਹੁਣ ਆਪਾਂ ਵੀ ਵਿਚਰ ਰਹੇ ਹਾਂ ਰਜੋ ਗੁਣ ਤੇ। ਤੁਸੀਂ ਕਰਮ ਕਰ ਰਹੇ ਹੋ, ਨਾਲ ਨਾਮ ਜਪ ਰਹੇ ਹੋ। ਤੁਹਾਡਾ ਕੋਈ ਸੰਗੀ ਸਾਥੀ ਆ ਕੇ ਕੋਈ ਨਿੰਦਿਆ, ਚੁਗਲੀ ਜਾਂ ਹੋਰ ਗੱਲ ਕਰਦਾ ਤੇ ਤੁਸੀਂ ਉਹਦੀ ਭਾਸ਼ਾ ਸਮਝਣੀ ਹੈ ਵੀ ਮੈਨੂੰ ਤੋੜ ਰਿਹਾ ਹੈ। ਤੇ ਜੇ ਤਾਂ ਤੁਹਾਡਾ ਅਸਲੀ ਸੱਜਣ ਹੈ, ਉਹ ਤੁਹਾਡੇ ਨਾਲ ਬੈਠ ਕੇ ਨਾਮ ਜਪੇਗਾ। ਤੇ ਜੇ ਤੁਹਾਡਾ ਅਸਲ ਮਿੱਤਰ ਨਹੀਂ, ਉਹ ਤੁਹਾਨੂੰ ਤੋੜਨਾ ਚਾਹੇਗਾ, ਡੋਬਣਾ ਚਾਹੁੰਦਾ ਹੈ। ਤੇ ਜਿਸ ਤਰ੍ਹਾਂ ਤੁਹਾਨੂੰ ਕੋਈ ਨਹਿਰ ਦੇ ਵਿੱਚ ਧੱਕਾ ਦੇਣਾ ਚਾਹਵੇ, ਤੁਸੀਂ ਬਾਅਦ 'ਚ ਉਹਦੇ ਮੱਥੇ ਨਹੀਂ ਲੱਗੋਗੇ ਕਦੀ। ਜਿਹੜਾ ਤੁਹਾਨੂੰ ਨਾਮ ਨਾਲੋਂ ਛਡਾ ਕੇ ਵਿਚਾਰਾਂ ਵਿੱਚ ਪਾਉਂਦਾ ਹੈ ਤੇ ਉਹ ਸਾਡਾ ਕੁਛ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਰ ਮਿੱਤਰਾਈ ਸਾਧ ਸਿਉ। ਸਾਡਾ ਮਿੱਤਰ ਉਹ ਹੈ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦਾ ਹੈ। ਅਸਲੀ ਸੱਜਣ ਉਹ ਹੈ ਜਿਹਦੇ ਨਾਲ ਮਿਲ ਕੇ
साढ़े अंदरों दुविधा नफरत ईर्खा खत्म होती है। तो जिहदे नाल मिल के साढ़े अंदर दुविधा पैदा होवे, जिहड़ा दुविधा विच लैके जावे वो साडा मित्र नहीं है। तो बाणी अंदर फरमाउंदे न, जिन्हां दसंदड़ियां दुरमत वंझे मित्र असाडड़े सही, हाउ ढूंढेंदी जग सुभाया, जा नानक विरले कई। हुण गुरमुख जदों जपदे ने उन्होंने पछाण लिया भी इहदे च काल बोल रहा है, वो उहदे नाल नहीं रलदे। आंदे हर भगत हर का प्यार है, जे गुरमुख करे विचार, सो जन रलाया ना रले, जिन अंदर विवेक विचार। हुण इहदी बुद्ध विवेक हो गई, इहदी दृष्टि बदल गई, ये ज्ञान इंद्रियां कंट्रोल विच ने। हुण इत्थे जदों ये मन कर्म करेगा, गुरमुख विचरेगा, वो सुखी है। ते पातशाह कहंदे ने, संतो मन पवने सुख बनिया, किश जोग प्राप्त गनिया, गुर दखलाई मोरी, जित मिर्ग परत है चोरी, मूंद लिए दरवाजे, बाजिए ले अनहद बाजे, कुंभ कमल जल भरिया, जल मेटिया उबा करया। कहो कबीर जन सारंग, भी ऐसी अवस्था विच उन्हें फिर दसिया भी इत्थे गुरमुख फिर शब्द नाल जदों जुड़ गए, उन्हों का जन्म जिहड़ा सी वो सफल हो गया। ते वो फिर ऐसा जदों प्यार पै गया, वो प्यार टुटन नहीं देना चाहते। वो फिर आके कोई सलाह दिंदा है, आंदे सानू नहीं चाहिए, सानू तो भावें रुखा भोजन मिल जाए, भोएं ते सौना मिल जाए, असीं हुण उहदे नालों प्रीत नहीं तोड़ सकते। असली सुखदाता वही है। तो कहते ने, रुखो भोजन भूम सैन, सखी प्रिय संग सुख विहात। भी सानू तेरी सलाह की कोई लोड़ नहीं है, तू काल का नुमाइंदा है, तो काल की सलाह की सानू लोड़ नहीं, क्योंकि काल ठगी मारदा है। अगे उसने कई दफ़ा साडे नाल धोखा किया है, तो हुण सानू सुख है, सानू आनंद है। फिर जो गुरमुख कर्म करदा, वो किस तरह करदा है। इत्थे जो कर्म करते हैं, उन्हां दीयां ज्ञान इंद्रियां कंट्रोल विच है। वो प्यार उधरों टुटन नहीं देना चाहते, तो किस तरह विचरदे ने। वो आंदे ने, करमी आवे कपड़ा, नदरी मुख द्वार। हुण मुख जिहड़ा ध्यान है, वो मुख द्वार विच है। इधर कपड़ा पहनिया होया है, ये ड्रैस, ये वर्दी पहनी हुई है, कर्म चल रहा है, ध्यान मुख द्वार च लगा होया है। तो मुख दे विचों इहो जिहा वचन नहीं निकलदा कि जिहड़ा परमात्मा नूं अच्छा ना लगे। मूँह का बोलन बोलीए, जित सुन तरे प्यार, अमृत वेला सच नाम वडियाई विचार। करमी आवे कपड़ा, नदरी मुख द्वार, नानक एवें जानिए सब आपे सचार। इस अवस्था फिर मालिक देख रहा है। तो जो गुरमुख इस हुक्म में कर्म करते हैं, वो फिर काल नूं भी आवाज़ दे दिंदा है भी मदद करो, तुसीं सेवा ते हाज़र हो जाओ। फिर जो शब्द नाल आउंदे गुरमुख, ते काल उन्हां दी सेवा दे विच हाज़र हो जाता है। जिस तरह भगतां दी सेवा ते हाज़र हो गया। महाराज कहंदे ने, सगल सृष्ट के पंच सकदार, राम भगत के पानी हार, जगत पास ते लेते दान, गोविंद भगत को करे सलाम। लूट ले सागत पत खोवे, साध जना पग मलमल धोवे। इत्थे हुक्म दे विच मालिक देख रहा है। इथों फिर कर्म तो वेले होके जदों मन कर जाता है, तो घर जो माता पिता के सन्मुख हुंदा, उत्थे भी खुराक मिलती है। इधर आउंदे ने, इधर कर्म का फल मिलता है, ये कर जाते हैं। मालिक आपे जानदा ते देखदा, कहंदे आपे जाने आपे दे। वो देखदा है, जो लोड़ है वो इच्छा मुताबिक दे रहा है। उन्होंने अंदर तृष्णा नहीं पैदा हो रही, हुक्म दे विच चलदे पए ने। ते महाराज सच्चे पातशाह ऐसी अवस्था विच ऐसा जिहड़ा गुरमुख विचरदा, उहदे ते खुशी महसूस करता है।
तो ऐसी अवस्था च भावें उहदे कोल धन घट है पर उहदे मन नूं सुख हुंदा है। उहनूं फिर महाराज ने राजा किया होया है भी मेरा बच्चा ये राजा है। तो किनूं कहिंदे ने राजा? आंदे बस्ता टूटी झौंपड़ी चीर सब छिन्ना, जात न पात न आदरो उद्यान पर मिन्ना, राजा सगली सृष्ट का हर नाम मन पिन्ना। जिहड़ा नाम दे विच समा गया, रस प्राप्त हो गया, वो राजा है। तो मालिक हुक्म दे दिंदे ने भी इहदी गल जिहड़ा मन्नेगा उहनूं फिर मैं अगे थां देंगा दरगाह विच। तो आंदे ने तिसकी धूड़ मन उधरे होए सो प्रसन्ना, भी इहो जी धूड़ सानूं मिले जिहदे नाल साडा मन जिहड़ा सी वो भी भव सागर नूं पार कर जाए, सानूं ज्ञान हो जाए। सो ऐसी अवस्था में फिर आपां जदों विचरना है, ऐसे गुरमुखां दा संग करना जिस तरह श्री गुरु ग्रंथ ਸਾਹਿਬ गुरबाणी है, जिन्हां भगतां दी बाणी है, जिन्हां दे बचन ने उन्हां दा जीवन सुखी है। उन्हां दे बचनां तो आपां सेध लैनी है भी किवें उन्हां ने अपना ये जीवन सुख और आनंद विच गुजारिया है। ये आपां नूं अज लोड़ है, जाके मन बसिया निरंकार तिसकी सीख तरे संसार। सो आपां जदों इस अवस्था में चलांगे, नाम नूं प्राप्त कर लै तो फिर जीवन सुखी सुखी हो जाएगा। सो ये कोशिश करनी है सारिਆਂ ने, इस काल के दायरे विचों आज़ाद होना है, बंधन तो मुक्त होना है। तो बंधन नहीं पैंदे ने, उस वास्ते गुरु की मत लैके निकलना, फिर जदों आना है नाल नाल अपना अभ्यास जारी रखना है। सो अज दा अपना ये समझण दा विषय है ब्रह्म विद्या दे विच इहनूं अपने मन दे अंदर वसा के रखना है। क्योंकि जे सानूं पता ही नहीं लगेगा असीं कित्थों आए हाँ, असीं की करना है, तो असीं दूसरे दे गुलाम ही बन के रह जाएंगे। जदों सानूं अपने आप की पछाण आएगी तो फिर सानू भेद खुलेगा भी साडा असल मनोरथ की है, असल मकसद की है, अस क्यों जीवना है, सारिਆਂ ने साडे जीवन का मकसद की है। तो जदों सानू ये भेद खुल गया फिर साडा जीवन का जीण का तरीका बदल जाता है, फिर साडी दृष्टि बदल जाती है, फिर असीं परमात्मा नूं मिलण वास्ते जीउंदे हाँ, परमात्मा के अनुसार जीवन बतीत करते हाँ। तो जे नहीं पता लगता तो काल दे मतैहत सारी उम्र काल दे गुलाम होकर बतीत कर देंगे हाँ, पंजां दे वासी हो जाते हाँ, तो जो ये चाहते हैं वो करते रहते हैं। सो इस करके कोशिश करनी है सारिਆਂ ने, तो लगातार इथों निकलने वास्ते अभ्यास करना है। आओ थोड़ा जिहा सिमरन करिए, फिर आप गुरमुखां पासों 6 पौड़ियाँ आनंद साहिब दियां सरवण करांगे भी असल आनंद किनों आंदे ने। आनंद सुख जिन्हों कहिंदे ने, आनंद कहिंदे ने, वो परमात्मा नूं मिल के ही आउंदा है। रोज़ दा आपां पढ़दे हाँ, आनंद पाया मेरी माए सतगुरु मैं पाया। असल आनंद ही उदों है, परमात्मा तो बिना कोई आनंद नहीं है, सुख नहीं है, दुख ही दुख है। इस करके वध तो वध अभ्यास करदिआं मालिक नाल, परमात्मा नाल, निरंकार दे नाल, उहदी शरण विच उहदे नाल जुड़ के रहना है। आओ थोड़ा अभ्यास करिए, अपने मन नूं फिर उस सहज अवस्था विच लैके चलीए। जिहड़े नवें गुरमुख आए ने, जदों अभ्यास करना है मुख नाल बोलना, और जिहड़े अपने कन्न ने कन्नां नाल सुनना है। इहनूं बाणी जिस तरह महाराज कहिंदे ने, रसना गाइए श्रवणी सुनिए, श्रवणी सुनिए रसना गाइए हिरदे ते आइए सोई। रसना नाल बोलना और जिहड़े श्रवण ने कन्नां नाल सुनना, अपनी आवाज़ नूं आप ही सुनना। आओ सारे जने करो कृपा। वाह गुरु वाह गुरु वाह गुरु।